ਮੈਨੂੰ ਉਹ ਯਾਦ ਆ ਗਿਆ ਸੀਨ 6 ਤਰੀਕ ਦਰਬਾਰ ਸਾਹਿਬ ਦੇ ਸਾਕੇ ਦਾ ਆਖਰੀ ਦਿਨ, ਅਤੇ ਮੈਨੂੰ ਤਿਆਰੀ ਕੀਤੀ ਹੋਈ ਸੀ ਆਪਰੇਸ਼ਨ ਕਰਾਉਣ ਦੀ, ਅਤੇ ਜਿੰਨੇ ਕੁ ਪੈਸੇ ਸੀ ਕੋਲ ਉਹਦੇ ਪ੍ਰਬੰਧ ਦੇ ਨਾਲ, ਅਤੇ ਉੱਧਰੋਂ ਜਿੱਥੇ ਅਖਬਾਰ ਸਾਹਿਬ ਦਾ ਅਮਰ ਉਜਾਲਾ ਉਹਨਾਂ ਦਾ ਸੁਨੇਹਾ ਆ ਗਿਆ ਕਿ ਅੱਜ ਅਖਬਾਰ ਨਹੀਂ ਛਾਪਣਾ। ਮੈਂ ਆਪਣੇ ਸਾਥੀਆਂ ਨੂੰ ਕਿਹਾ, ਮੈਂ ਵੀ ਤੁਸੀਂ ਪੈਸੇ ਜਿਵੇਂ ਮਰਜ਼ੀ ਆ ਉਹ ਪਹੁੰਚਾਓ, ਕੋਈ ਨਹੀਂ, ਆਪਰੇਸ਼ਨ 2-4 ਦਿਨ ਬਾਅਦ ਹੋ ਜੂ, ਇੰਨੀ ਛੇਤੀ ਕਿਹੜਾ ਮੈਂ ਮਰਨ ਲੱਗਾ। ਸਾਰਿਆਂ ਨੇ ਕਿਹਾ ਵੀ ਨਹੀਂ, ਅਸੀਂ ਆਪਰੇਸ਼ਨ ਤੋਂ ਬਿਨਾਂ ਨਹੀਂ, ਕੋਈ ਗੱਲ ਨਹੀਂ, ਅੱਜ ਅਖਬਾਰ ਨਹੀਂ ਛਪੂ, ਕੱਲ੍ਹ ਨੂੰ ਸਹੀ। ਮੈਂ ਕਿਹਾ ਨਹੀਂ, ਦਰਬਾਰ ਸਾਹਿਬ ਦੇ ਸਾਕੇ ਦਾ ਦਿਨ ਹੈ, ਇਹ ਦਿਨ ਜਿਹੜਾ ਉਹ ਅਦਾਰੇ ਨੇ ਨਾ ਕਦੇ ਮਿਸ ਕੀਤਾ ਨਾ ਕਰਨਾ। ਸੋ ਉਸ ਦਿਨ ਅਖਬਾਰ ਦੇ ਇੱਕ ਦਿਨ ਜਿਹੜਾ ਆਪਰੇਸ਼ਨ ਦਾ ਦਿਨ ਸੀ ਉਹ ਟਾਲਤਾ, ਅਖਬਾਰ ਦੀ ਪੇਮੈਂਟ ਜਮ੍ਹਾਂ ਹੋ ਗਈ, ਅਖਬਾਰ ਛਪ ਗਿਆ ਅਗਲੇ ਦਿਨ। ਅਤੇ ਮੈਂ ਤਾਂ ਸਮਝੂਗਾ ਕਿ ਕਲਗੀ ਵਾਲੇ ਦਾ ਕ੍ਰਿਸ਼ਮਾ, ਕੁਦਰਤ ਦਾ ਕ੍ਰਿਸ਼ਮਾ। ਜਿਹੜਾ ਨਿੱਕੀਆਂ ਬੱਚੀਆਂ ਦੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੇ ਆਪਣੀਆਂ ਗੋਲਕਾਂ ਤੋੜੀਆਂ ਨੇ, ਅਤੇ ਫਿਰ ਹੁਣ ਤਾਂ ਮੈਨੂੰ ਲੱਗਦਾ ਕਿ ਸਾਨੂੰ ਉਸ ਪਰਮਾਤਮਾ ਦੀ ਜਿਹੜੀ ਸਰਬ ਸਮਰੱਥਾ ਉਸ ਨੂੰ ਪ੍ਰਵਾਨ ਕਰਨਾ ਚਾਹੀਦਾ, ਉਹਦੇ ਅੱਗੇ ਸਿਰ ਝੁਕਾਉਣਾ ਚਾਹੀਦਾ। ਖਾਸ ਕਰਕੇ ਉਹਨਾਂ ਬੱਚੀਆਂ ਦੇ ਮੈਂ ਅੱਗੇ ਇੱਕ ਵਾਰ ਫਿਰ ਹੱਥ ਜੋੜਦਾ, ਉਹਨਾਂ ਦੀ ਸ਼ਰਧਾ ਨੂੰ ਹੱਥ ਜੋੜਦਾ। ਹੁਣ ਤੱਕ ਤੁਸੀਂ PTN 24 ਚੈਨਲ ਦੇ ਉੱਤੇ ਬਹੁਤ ਸਾਰੇ ਸ਼ਹੀਦ ਸਿੰਘਾਂ ਦੇ ਘਰ ਪਰਿਵਾਰ ਤੁਸੀਂ ਵੇਖੇ ਨੇ। ਉਹ ਸ਼ਹੀਦ ਸਿੰਘ ਜਿਹੜੇ ਖਾੜਕੂ ਸੰਘਰਸ਼ ਦੌਰਾਨ ਗੁਰੂ ਘਰ ਦੀ ਬੇਅਦਬੀ ਨਾ ਸਹਾਰਦੇ ਹੋਏ ਹਥਿਆਰਬੰਦ ਸੰਘਰਸ਼ ਦੇ ਰਾਹ 'ਤੇ ਤੁਰ ਪਏ, ਫਿਰ ਕਿਵੇਂ ਉਹਨਾਂ ਦੇ ਘਰ ਬਰਬਾਦ ਕੀਤੇ ਸਮੇਂ ਦੀ ਸਰਕਾਰ ਨੇ, ਪੁਲਿਸ ਪ੍ਰਸ਼ਾਸਨ ਨੇ। ਉਹ ਸਾਰੇ ਘਰਾਂ ਦੇ ਹਾਲਾਤ ਤੁਸੀਂ ਅਕਸਰ PTN 24 ਚੈਨਲ 'ਤੇ ਵੇਖਦੇ ਹੋ। ਪਰ ਅੱਜ ਜਿਹੜਾ ਮੈਂ ਘਰ ਤੁਹਾਨੂੰ ਦਿਖਾਉਣ ਜਾ ਰਿਹਾ, ਇਹ ਪੰਥ ਦੇ ਇੱਕ ਐਸੇ ਪਹਿਰੇਦਾਰ ਦਾ, ਸਰਦਾਰ ਜਸਪਾਲ ਸਿੰਘ ਹੇਰਾਂ ਦਾ ਘਰ ਆ, ਜਿਹੜੇ ਕਿ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਨੇ, ਔਰ ਜਿਨ੍ਹਾਂ ਦਾ ਪਿਛਲੇ ਦਿਨੀ ਬਾਈਪਾਸ ਸਰਜਰੀ ਹੋਈ ਆ। ਉਹਨਾਂ ਦੇ ਘਰ ਦਾ ਹਾਲਾਤ ਤੁਸੀਂ ਵੇਖੋਗੇ ਅਤੇ ਤੁਸੀਂ ਵੇਖੋਗੇ ਕਿ ਉਹਨਾਂ ਨੂੰ ਵੀ ਕਿਵੇਂ ਪ੍ਰਸ਼ਾਸਨ ਨੇ, ਸਰਕਾਰ ਨੇ ਕਿਵੇਂ ਉਜਾੜਿਆ ਅਤੇ ਕੀ ਕੁਝ ਉਹਨਾਂ ਨਾਲ ਹੋਇਆ। ਅੱਜ ਵੇਖੋ ਘਰ ਦੇ ਹਾਲਾਤ ਕੀ ਨੇ। ਆਓ ਤੁਹਾਨੂੰ ਦਿਖਾਉਂਦੇ ਹਾਂ ਜੀ ਸਰਦਾਰ ਜਸਪਾਲ ਸਿੰਘ ਹੇਰਾਂ ਜੀ ਦਾ ਘਰ। ਇੱਥੇ ਹੀ ਇਸੇ ਘਰ ਦੇ ਵਿੱਚ ਉਹਨਾਂ ਦੀ ਥੱਲੇ ਰਿਹਾਇਸ਼ ਅਤੇ ਉੱਪਰ ਦਫ਼ਤਰ ਸੀ। ਕਈ ਵਾਰ ਇੱਥੇ ਪੁਲਿਸ ਨੇ ਆਣ ਕੇ ਮਤਲਬ ਭੰਨ ਤੋੜ ਕੀਤੀ, ਕੰਪਿਊਟਰ ਚੁੱਕ ਕੇ ਲੈ ਗਏ, ਅਤੇ ਮਤਲਬ ਪੂਰੀ ਤਰ੍ਹਾਂ ਨਾਲ ਇਹਨਾਂ ਨੂੰ ਡਿਮੋਰਲਾਈਜ਼ ਕਰਨ ਦਾ ਕੋਸ਼ਿਸ਼ ਕੀਤੀ ਗਈ ਸਰਦਾਰ ਜਸਪਾਲ ਸਿੰਘ ਜੀ ਹੇਰਾਂ ਨੂੰ, ਕਿ ਇਹ ਸੱਚ ਲਿਖਣਾ, ਸੱਚ ਕਹਿਣਾ, ਸੱਚ ਬੋਲਣਾ ਬੰਦ ਕਰ ਦੇਣ, ਸਰਕਾਰ ਦੇ ਵਿਰੁੱਧ ਬੋਲਣਾ ਬੰਦ ਕਰ ਦੇਣ, ਪੰਥ ਦੀ ਗੱਲ ਕਰਨੀ ਬੰਦ ਕਰ ਦੇਣ। ਅੱਜ ਵੇਖੋ ਇਹ ਘਰ ਦੇ ਹਾਲਾਤ ਕੀ ਨੇ ਕਿ ਇੱਥੇ ਇਹ ਰਹਿਣ ਯੋਗ ਹੀ ਨਹੀਂ ਰਿਹਾ। ਅਤੇ ਜਿੱਥੇ ਅੱਜ ਕੱਲ੍ਹ ਸਰਦਾਰ ਜਸਪਾਲ ਸਿੰਘ ਜੀ ਹੇਰਾਂ ਸਾਹਿਬ ਰਹਿ ਰਹੇ ਨੇ, ਉਹ ਉਹਨਾਂ ਦੇ ਕਿਸੇ ਦੋਸਤ ਦਾ ਘਰ ਆ, ਜਿੱਥੇ ਉਹ, ਕਿਉਂਕਿ ਉੱਥੇ ਸਾਰੀਆਂ ਸਹੂਲਤਾਂ ਨੇ, AC ਲੱਗੇ ਨੇ, ਬਾਥਰੂਮ ਆ, ਸਾਰਾ ਕੁਛ ਆ। ਇੱਥੇ ਤਾਂ ਹੁਣ ਤੁਸੀਂ ਵੇਖ ਰਹੇ ਹੋ ਵੀ ਬਹੁਤ ਮੁਸ਼ਕਿਲ ਆ, ਕਿਉਂਕਿ ਜੇ ਘਰ ਦੀ ਗੱਲ ਕਰੀਏ ਤਾਂ ਸੜਕ ਦੇ ਨਾਲੋਂ ਇੰਨਾ ਨੀਵਾਂ ਕਿ ਮੈਨੂੰ ਲੱਗਦਾ ਕਿ ਜੇ ਬਾਰਿਸ਼ ਦੇ ਵਿੱਚ ਜਿਹੜਾ ਵਾ ਪਾਣੀ ਵੀ ਘਰ ਦੇ ਅੰਦਰ ਆਉਂਦਾ ਹੋਏਗਾ। ਅਤੇ ਕੁਝ ਸਮੇਂ ਤੋਂ ਫਿਰ ਇੱਥੋਂ ਉਹਨਾਂ ਨੇ ਆਪਣਾ ਜਿਹੜਾ ਸਾਰਾ ਡੇਰਾ ਉਹ ਕਿਸੇ ਦੂਸਰੇ ਘਰ ਦੇ ਵਿੱਚ ਲੈ ਗਏ ਨੇ। ਅਤੇ ਘਰ ਦੇ ਹਾਲਾਤ ਤੁਸੀਂ ਅੰਦਰੋਂ ਵੇਖੋ ਵੀ ਕਿਵੇਂ ਟੁੱਟੇ ਬਾਲੇ, ਅਤੇ ਅੱਜ ਵੀ ਨਹੀਂ ਤੇ ਇੱਕ ਅਖਬਾਰ ਦਾ ਸੰਪਾਦਕ ਅਤੇ ਵੱਡੀਆਂ ਵੱਡੀਆਂ ਕੋਠੀਆਂ। ਇੱਥੇ ਤੇ ਆਮ ਇੱਕ ਪੱਤਰਕਾਰ ਸਧਾਰਨ ਹੋਵੇ ਕਿਸੇ ਚੰਗੀ ਅਖਬਾਰ ਦਾ, ਅਤੇ ਉਹਦੇ ਕੋਲ ਲਗਜ਼ਰੀ ਗੱਡੀ ਹੁੰਦੀ ਹੈ ਅਤੇ ਵੱਡੀ ਕੋਠੀ ਦਾ ਉਹ ਮਾਲਕ ਹੁੰਦਾ। ਇੱਕ ਅਖਬਾਰ ਦਾ ਸੰਪਾਦਕ, ਅਤੇ ਅੱਜ ਤੱਕ ਉਹਦੇ ਸਿਰ ਦੇ ਉੱਤੇ ਛੱਤ ਵੀ ਆਪਣੀ ਨਹੀਂ। ਆਓ ਤੁਹਾਨੂੰ ਅੰਦਰੂਨ ਹਿੱਸਾ ਵੀ ਦਿਖਾਉਂਦੇ ਹਾਂ ਜੀ।
ਪਿਛਲੇ ਦਿਨੀ ਸਾਰੇ ਸਿੱਖ ਜਗਤ ਦੇ ਔਰ ਪੰਥਕ ਸੋਚ ਦੇ ਧਾਰਨੀ ਸਾਰੀਆਂ ਸੰਗਤਾਂ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣ ਗਈ ਸੀ ਇਹ ਖਬਰ, ਜਦੋਂ ਪਤਾ ਲੱਗਾ ਸੀਗਾ ਕਿ ਸਰਦਾਰ ਜਸਪਾਲ ਸਿੰਘ ਜੀ ਹੇਰਾਂ ਰੋਜ਼ਾਨਾ ਪਹਿਰੇਦਾਰ ਦੇ ਜਿਹੜੇ ਮੁੱਖ ਸੰਪਾਦਕ ਨੇ, ਉਹਨਾਂ ਦੀ ਸਿਹਤ ਜਿਹੜੀ ਆ ਨਾਸਾਜ਼ ਹੋ ਗਈ ਹੈ। ਪਿਛਲੇ ਦਿਨੀ ਉਹਨਾਂ ਦੀ ਬਾਈਪਾਸ ਸਰਜਰੀ ਹੋਈ ਔਰ ਜਿੱਥੇ ਕਿਤੇ ਵੀ ਪੰਥਕ ਸੋਚ ਦੇ ਧਾਰਨੀ ਸਿੱਖ ਸੰਗਤਾਂ ਕਿਤੇ ਬੈਠੀਆਂ ਸਨ ਪੂਰੀ ਦੁਨੀਆ ਦੇ ਵਿੱਚ, ਦੇਸ਼ ਵਿਦੇਸ਼ ਦੇ ਵਿੱਚ, ਉਹਨਾਂ ਨੇ ਸਰਦਾਰ ਜਸਪਾਲ ਸਿੰਘ ਹੇਰਾਂ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ, ਦੁਆਵਾਂ ਕੀਤੀਆਂ ਅਤੇ ਉਹਨਾਂ ਦੀਆਂ ਅਰਦਾਸਾਂ ਅੱਜ ਰੰਗ ਲਿਆਈਆਂ ਨੇ ਕਿ ਇਹਨਾਂ ਦੀ ਸਿਹਤ ਜਿਹੜੀ ਅੱਗੇ ਨਾਲੋਂ ਕੁਛ ਬਿਹਤਰ ਹੋਈ ਹੈ। ਬਾਈਪਾਸ ਸਰਜਰੀ ਹੋਣ ਤੋਂ ਬਾਅਦ ਹੁਣ ਇਹ ਇੱਥੇ ਆਪਣੇ ਘਰ ਪਹੁੰਚੇ ਆ। ਘਰ ਦੀ ਗੱਲ ਤੋਂ ਵੀ ਇੱਕ ਗੱਲ ਮੈਂ ਹੋਰ ਕਲੀਅਰ ਕਰ ਦੇਵਾਂ ਆਪਣੇ ਦਰਸ਼ਕਾਂ ਦੇ ਨਾਲ ਕਿ ਪੰਥ ਦੀ ਸੇਵਾ ਕਰਦਿਆਂ, ਹੱਕ ਸੱਚ ਤੇ ਪਹਿਰਾ ਦਿੰਦਿਆਂ, ਇਹ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਇੱਕ ਐਸੇ ਸਿਪਾਹੀ ਨੇ ਕਿ ਜਿਨ੍ਹਾਂ ਦੀ ਆਪਣੇ ਸਿਰ ਦੇ ਉੱਤੇ ਆਪਣੀ ਛੱਤ ਵੀ ਜਿਹੜੀ ਆ ਉਹ ਆਪਣੇ ਘਰ ਦੀ ਡਿੱਗ ਪਈ ਹੈ। ਅੱਜ ਬਾਈਪਾਸ ਸਰਜਰੀ ਤੋਂ ਬਾਅਦ ਇਹ ਕਿਸੇ ਨਜ਼ਦੀਕੀ ਸੱਜਣ ਮਿੱਤਰ ਦੇ ਘਰ ਦੇ ਵਿੱਚ ਇੱਥੇ ਆਏ ਨੇ, ਕਿਉਂਕਿ ਇੱਥੇ ਕੁਝ ਬਾਥਰੂਮ ਜਾਂ ਕੁਝ ਹੋਰ ਸਹੂਲਤਾਂ ਇਹਨਾਂ ਕੋਲ ਹੈਗੀਆਂ ਨੇ ਸਿਹਤ ਲਈ, ਜੋ ਇਸ ਪੋਜੀਸ਼ਨ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਜ਼ਰੂਰਤ ਸੀ। ਔਰ ਕਈ ਵਾਰੀ ਮੈਂ ਇੱਕ ਗੱਲ ਕਰਦਾ ਹੁੰਨਾ, ਜਦੋਂ ਕਿਤੇ ਅਸੀਂ 84 ਦੇ ਦਹਾਕੇ ਦੇ ਵਿੱਚ ਸ਼ਹੀਦ ਹੋਏ ਪਰਿਵਾਰਾਂ 'ਚ ਜਾਂਦੇ ਹਾਂ ਕਿ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਅਤੇ ਸ਼ਾਇਦ ਇਸੇ ਤਰ੍ਹਾਂ ਦੇ ਵਿਚਾਰਾਂ ਦੇ ਧਾਰਨੀ ਸਰਦਾਰ ਜਸਪਾਲ ਸਿੰਘ ਹੇਰਾਂ ਨੇ। ਪਰ ਮੈਂ ਹੈਰਾਨ ਹਾਂ ਕਿ ਸਰਕਾਰਾਂ ਦੇ ਇੰਨੇ ਜ਼ਿਆਦਾ ਧੱਕਿਆਂ ਦੇ ਬਾਵਜੂਦ ਕਿ ਇਸ ਅਖਬਾਰ ਨੂੰ ਕੋਈ ਇਸ਼ਤਿਹਾਰ ਨਹੀਂ ਦੇਣਾ, ਈਵਨ ਕਿ ਸਾਡੀ SGPC, ਸਾਡੀ ਇੱਕ ਧਾਰਮਿਕ ਸੰਸਥਾ, ਇੱਕ ਐਸੀ ਅਖਬਾਰ ਜਿਹੜੀ ਕਿ ਪੰਥਕ ਹਿੱਤਾਂ ਦੀ ਗੱਲ ਕਰਦੀ ਹੈ, ਸਮੇਂ ਦੀਆਂ ਹਕੂਮਤਾਂ ਵੱਲੋਂ ਜਿਹੜੀਆਂ ਵਧੀਕੀਆਂ ਕੀਤੀਆਂ ਜਾਂਦੀਆਂ ਨੇ ਪੰਥ ਨਾਲ, ਸਿੱਖਾਂ ਨਾਲ ਜਾਂ ਕਿਸੇ ਨਾਲ ਵੀ, ਇਨਸਾਨੀਅਤ ਦੇ ਵਿਰੁੱਧ ਜਿੱਥੇ ਵੀ ਕਿਤੇ ਕੋਈ ਗੱਲ ਹੁੰਦੀ ਹੈ, ਮਨੁੱਖੀ ਅਧਿਕਾਰਾਂ ਦੀ ਗੱਲ ਜਿੱਥੇ ਕਿਤੇ ਘਾਣ ਹੁੰਦਾ ਉੱਥੇ ਇਹ ਅਖਬਾਰ ਬੋਲਦੀ ਰਹੀ ਹੈ। ਸਰਦਾਰ ਜਸਪਾਲ ਸਿੰਘ ਹੇਰਾਂ ਦੀ ਕਲਮ ਜਿਹੜੀ ਆ ਉਹ ਲਿਖਦੀ ਰਹੀ ਹੈ। ਇਸ ਕਰਕੇ ਕੋਈ ਇਹਨਾਂ ਨੂੰ ਸਾਥ ਨਹੀਂ ਮਿਲਿਆ। ਅੱਜ ਜਿੰਨਾ ਕੁ ਵੀ ਇਹ ਅਖਬਾਰ ਚੱਲ ਰਹੀ ਹੈ, ਜਿੰਨੀ ਕੁ ਵੀ ਪਬਲੀਕੇਸ਼ਨ ਹੈ, ਸਾਡੇ NRI ਭੈਣ ਭਰਾਵਾਂ ਦੀ ਬਦੌਲਤ ਹੈ। ਪਿਛਲੇ ਦਿਨੀ PTN 24 ਸਾਡੇ ਰੇਡੀਓ ਦੇ ਉੱਤੇ ਵੀ ਦਾਸ ਨਾਲ ਵੀ ਗੱਲ ਹੋਈ ਸੀਗੀ ਅਤੇ ਅਸੀਂ ਸੰਗਤ ਨੂੰ ਅਪੀਲ ਕੀਤੀ ਸੀ ਕਿ ਸਾਰੇ ਆਓ ਰਲ ਮਿਲ ਕੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਨਾਲ ਖੜੇ ਹੋਈਏ, ਸਰਦਾਰ ਜਸਪਾਲ ਸਿੰਘ ਹੇਰਾਂ ਜੀ ਦੇ ਨਾਲ ਖੜੇ ਹੋਈਏ, ਤਾਂ ਕਿ ਉਹਨਾਂ ਲਈ ਅਰਦਾਸਾਂ ਕਰੀਏ। ਕਿਉਂਕਿ ਬਾਈਪਾਸ ਸਰਜਰੀ ਜਦੋਂ ਪ੍ਰਾਈਵੇਟ ਹੌਸਪੀਟਲ ਦੇ ਵਿੱਚ ਹੁੰਦੀ ਹੈ ਅਤੇ ਕਿੰਨੇ ਕੁ ਖਰਚੇ ਆਉਂਦੇ ਆ ਇਹ ਸਾਰੇ ਜੱਗ ਜਾ ਰਿਹਾ, ਕਿਉਂਕਿ ਇਨ ਲੈਕਸ ਖਰਚੇ ਹੁੰਦੇ ਨੇ ਅਤੇ ਜੋ ਆਰਥਿਕ ਤੌਰ 'ਤੇ ਜੋ ਪੋਜੀਸ਼ਨ ਹੈ ਉਹ ਕਿਸੇ ਕੋਲੋਂ ਵੀ ਲੁਕੀ ਹੋਈ ਨਹੀਂ ਹੈਗੀ। ਅੱਜ ਅਸੀਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ 1,50,000 ਰੁਪਈਆ ਜਿਹੜਾ ਅਸੀਂ ਸਰਦਾਰ ਜਸਪਾਲ ਸਿੰਘ ਹੇਰਾਂ ਜੀ ਦੇ ਸਪੁਰਦ ਕਰਨ ਜਾ ਰਹੇ ਹਾਂ। ਔਰ ਤੁਸੀਂ ਸੁਣ ਕੇ ਬੜੇ ਹੈਰਾਨ ਅਤੇ ਬੜੇ ਮਾਣ ਵੀ ਮਹਿਸੂਸ ਕਰੋਗੇ ਕਿ ਇਹਦੇ ਵਿੱਚ ਜਿਹੜਾ ਕੰਟਰੀਬਿਊਸ਼ਨ ਆ, ਬੱਚੀਆਂ ਨੇ 4 ਬੱਚੀਆਂ ਜਿਨ੍ਹਾਂ ਨੇ ਇਸ ਕੰਟਰੀਬਿਊਸ਼ਨ ਦੇ ਵਿੱਚ ਆਪਣੀਆਂ ਗੋਲਕਾਂ ਤੋੜ ਕੇ, ਮਨਰੀਤ ਕੌਰ ਨੇ ਆਪਣੀ ਗੋਲਕ ਤੋੜ ਕੇ $1,000 ਭੇਜਿਆ, ਔਰ ਜਪਜੀ ਕੌਰ, ਸੁਖਮਨੀ ਕੌਰ ਅਤੇ ਅਵਨੀਤ ਕੌਰ 3 ਬੱਚੀਆਂ ਆਏ ਨੇ, ਇਹਨਾਂ ਨੇ ਵੀ ਆਪਣੀ ਗੋਲਕ ਤੋੜੀ ਅਤੇ ਉਹਦੇ ਵਿੱਚੋਂ $500 ਜਿਹੜਾ ਭਾਈ ਸਾਹਿਬ ਲਈ ਭੇਜਿਆ। ਔਰ ਮੈਂ ਸਮਝਣਾ ਕਿ ਇਹਨਾਂ ਬੱਚਿਆਂ ਤੋਂ ਮੈਂ ਇਹਨਾਂ ਦੇ ਪੇਰੈਂਟਸ ਨੂੰ ਸਪੈਸ਼ਲੀ ਥੈਂਕਸ ਕਰਾਂਗਾ, ਜਿਨ੍ਹਾਂ ਨੇ ਇੰਨੇ ਅੱਛੇ ਸੰਸਕਾਰ ਦਿੱਤੇ ਨੇ ਕਿ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਹੈ, ਉਹਨਾਂ ਨੂੰ ਪਤਾ ਹੈ ਕਿ ਸਰਦਾਰ ਜਸਪਾਲ ਸਿੰਘ ਜੀ ਹੇਰਾਂ ਪੰਥ ਲਈ, ਸਿੱਖ ਕੌਮ ਲਈ ਕੀ ਕਰ ਰਹੇ ਨੇ। ਇੱਕ ਮੈਂ ਵਿਸ਼ੇਸ਼ ਤੌਰ 'ਤੇ ਇੱਕ ਵਾਰੀ ਦੁਬਾਰਾ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਸਾਨੂੰ ਆਪਣੇ NRI ਭੈਣ ਭਰਾਵਾਂ 'ਤੇ ਬੜਾ ਭਰੋਸਾ ਹੈ ਅਤੇ ਤੁਹਾਡਾ ਭਰੋਸਾ ਸਾਡੇ 'ਤੇ ਕਾਇਮ ਆ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ 'ਤੇ ਕਾਇਮ ਆ, PTN 24 'ਤੇ ਕਾਇਮ ਆ, ਕਿ ਬਹੁਤ ਵਾਰ ਤੁਸੀਂ ਸਾਡਾ ਸਾਥ ਦਿੱਤਾ ਅਤੇ ਅਸੀਂ ਬਹੁਤ ਸਾਰੇ ਸ਼ਹੀਦ ਪਰਿਵਾਰਾਂ ਦੇ ਘਰ ਬਣਾਏ ਆ। ਮੈਂ ਜੇ ਇਹ ਗੱਲ ਕਹਿ ਦਾਂ ਕਿ ਸਰਦਾਰ ਜਸਪਾਲ ਸਿੰਘ ਹੇਰਾਂ ਇਹ ਵੀ ਇੱਕ ਜਿੰਦਾ ਸ਼ਹੀਦ ਨੇ ਸਾਡੀ ਕੌਮ ਦੇ, ਜਿਹੜੇ ਨਾ ਵਿਕੇ, ਨਾ ਡਰੇ, ਨਾ ਝੁਕੇ ਅਤੇ ਸੱਚ ਤੇ ਪਹਿਰਾ ਅੱਜ ਤੱਕ ਦਿੰਦੇ ਆ ਰਹੇ ਨੇ। ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਆਪਾਂ ਇਹਨਾਂ ਦੀ ਸਿਹਤ ਦੇ ਲਈ ਕੰਟਰੀਬਿਊਟ ਕਰਨਾ, ਉੱਥੇ ਅਸੀਂ ਇਹਨਾਂ ਦਾ ਘਰ ਵੀ ਬਣਾ ਕੇ ਦੇਣਾ ਆਉਣ ਵਾਲੇ ਸਮੇਂ 'ਚ। ਤੁਸੀਂ ਸਾਰਿਆਂ ਨੇ ਸਾਡਾ ਸਾਥ ਦੇਣਾ। ਇੱਕ ਇੱਕ ਚੀਜ਼ ਜਿਸ ਤਰ੍ਹਾਂ ਪੂਰੀ ਪਾਰਦਰਸ਼ਤਾ ਦੇ ਨਾਲ ਅੱਗੇ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ, ਅਸੀਂ ਇਸੇ ਤਰ੍ਹਾਂ ਸਾਂਝੀ ਕਰਦੇ ਰਹਾਂਗੇ। ਔਰ ਸਾਡੇ ਕੋਲ ਸ਼ਾਇਦ ਉਂਗਲਾਂ 'ਤੇ ਗਿਣਨ ਵਾਲੇ ਲੋਕ ਰਹਿ ਗਏ ਨੇ ਜਿਹੜੇ ਹੱਕ ਸੱਚ 'ਤੇ ਪਹਿਰਾ ਦਿੰਦੇ ਨੇ, ਜਿਹੜੇ ਏਜੰਸੀਆਂ ਦੇ ਦਬਾਅ ਅੱਗੇ ਨਹੀਂ ਝੁਕੇ, ਉਹਨਾਂ ਦੇ ਲਾਲਚ ਅੱਗੇ ਨਹੀਂ ਝੁਕੇ, ਅਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਸਾਂਭਣਾ ਬੜਾ ਜ਼ਰੂਰੀ ਹੈ।
ਤੁਹਾਡਾ ਸਹਿਯੋਗ ਸਰਦਾਰ ਜਸਪਾਲ ਸਿੰਘ ਹੇਰਾਂ ਦੇ ਲਈ, ਇਹਨਾਂ ਦੇ ਪਰਿਵਾਰ ਦੇ ਲਈ ਬਹੁਤ ਵੱਡੀ ਮੋਰਲ ਸਪੋਰਟ ਹੋਏਗਾ। ਤੁਸੀਂ ਵੱਧ ਤੋਂ ਵੱਧ ਇਸ ਗੱਲ ਨੂੰ ਸ਼ੇਅਰ ਕਰਨਾ। ਤੇ ਸਿਹਤ ਇਜਾਜ਼ਤ ਨਹੀਂ ਦਿੰਦੀ, ਪਰ ਮੈਂ ਚਾਹਾਂਗਾ ਕਿ 2 ਲਫ਼ਜ਼ ਜੇ ਜਸਪਾਲ ਸਿੰਘ ਹੇਰਾਂ ਜੀ, ਜਿਹੜੀ ਸੰਗਤ ਉਹਨਾਂ ਨੂੰ ਇੰਨਾ ਪਿਆਰ ਕਰਦੀ ਹੈ, ਉਹਨਾਂ ਲਈ ਅਰਦਾਸਾਂ ਕਰ ਰਹੀ ਹੈ, ਉਹਨਾਂ ਨੇ ਸੇਵਾ ਭੇਜੀ ਹੈ, ਉਹਨਾਂ ਦੇ ਬਾਰੇ ਜ਼ਰੂਰ ਸਾਡੇ ਨਾਲ ਕਰਨੀ। ਹੇਰਾਂ ਸਾਹਿਬ, ਵਾਹਿਗੁਰੂ ਜੀ। ਸਾਹਿਬ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ PTN ਚੈਨਲ ਦਾ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ, ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਔਖੇ ਮੌਕੇ ਬਾਂਹ ਫੜੀ ਹੈ। ਜਿੱਥੋਂ ਤੱਕ ਗੱਲ ਪਹਿਰੇਦਾਰ ਦੀ ਜਾਂ ਮੇਰੀ ਆਰਥਿਕ ਮਦਦ ਦੀ ਹੈ, ਮੈਂ ਸ਼ੁਰੂ ਤੋਂ ਹੀ ਜਿਸ ਦਿਨ ਤੋਂ ਇਹ ਅਖਬਾਰ ਸ਼ੁਰੂ ਕੀਤਾ, ਤੇ ਉਸ ਦੀ ਪਹਿਲੇ ਦਿਨ ਦੀ ਸੰਪਾਦਕੀ ਹੈ ਜਿਹੜੀ, ਜੇ ਤੁਸੀਂ ਪੜ੍ਹੋਗੇ ਉਹਦੇ 'ਤੇ ਵੀ ਲਿਖਿਆ ਕਿ ਅਦਾਰਾ ਪਹਿਰੇਦਾਰ ਜਿਹੜਾ ਇਹ ਸਿਰਫ ਤੇ ਸਿਰਫ ਮਿਸ਼ਨ ਹੈ, ਇਹਦਾ ਕੋਈ ਕਮਾਈ ਦਾ ਸਾਧਨ ਲਈ ਨਹੀਂ, ਸਿਰਫ ਤੇ ਸਿਰਫ ਇੱਕ ਮਿਸ਼ਨ ਹੈ। ਮਿਸ਼ਨ ਕੀ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਪੱਧਰ 'ਤੇ ਜਿਹੜਾ ਅੱਜ ਜੋ ਹਾਲਾਤ ਬਣੇ ਹੋਏ ਨੇ, ਸਾਡੇ ਸਾਹਮਣੇ ਆ ਗਏ ਨੇ, ਉਹ ਹਾਲਾਤ ਜਿਹੜੇ ਅਸੀਂ ਅੱਜ ਤੋਂ 15 ਸਾਲ ਪਹਿਲਾਂ ਅਦਾਰੇ ਵੇਲੇ ਕੀਤੇ ਸੀ, ਕਿ ਅੱਜ ਜੇ ਦੁਨੀਆ ਦਾ ਕੋਈ ਇੱਕੋ ਇੱਕ ਧਾਰਮਿਕ ਗ੍ਰੰਥ ਹੈ ਜਿਹੜਾ ਦੁਨੀਆ ਦੀ ਹਰ ਖੇਤਰ 'ਚ ਅਗਵਾਈ ਕਰ ਸਕਦਾ, ਹੁਣ ਅਸੀਂ ਦੇਖਦੇ ਹੀ ਹਾਂ ਕਿੱਧਰ ਦੇ ਕਿੱਧਰ ਗਏ ਲੋਕ। ਸੋ ਜਿਹੜਾ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੁਨੀਆ ਦੀ ਅਗਵਾਈ ਕਰ ਸਕਦਾ, ਉਹ ਤੇ ਦੂਜੀ ਸਿੱਖ ਧਰਮ ਜਿਹੜਾ ਦੁਨੀਆ ਦੀ ਅਗਵਾਈ ਕਰ ਸਕਦਾ। ਸੋ ਅਦਾਰਾ ਇਹ ਮਿਸ਼ਨ ਲੈ ਕੇ ਚੱਲਿਆ ਸੀ ਪਹਿਲੇ ਦਿਨ ਤੋਂ ਹੀ। ਅਤੇ ਕੁਦਰਤ ਵੱਲੋਂ ਇਹ ਕਿ ਆਰਥਿਕ ਤੰਗੀਆਂ ਨੇ ਜਿਹੜੀਆਂ, ਉਹ ਪਹਿਲੇ ਦਿਨ ਤੋਂ ਹੀ ਸਿਰ ਰਹੀਆਂ। ਅਤੇ ਜਿਸ ਦਿਨ ਅਖਬਾਰ ਸ਼ੁਰੂ ਹੋਇਆ ਉਸ ਦਿਨ 4000 ਰੁਪਈਆ ਜੇਬ 'ਚ ਸੀ ਸਾਰਾ, ਪਰੰਤੂ ਚਲੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਸੰਗਤ ਨੇ ਸਹਿਯੋਗ ਦਿੱਤਾ। ਜਿਸ ਤਰ੍ਹਾਂ ਤੁਸੀਂ ਗੱਲ ਵੀ ਕੀਤੀ ਆ ਕਿ ਜਿਹੜੀਆਂ ਸਿੱਖ ਦੁਸ਼ਮਣ ਤਾਕਤਾਂ ਸੀ, ਉਹਨਾਂ ਨੇ ਆਪਣੀ ਮਦਦ ਕੀ ਕਰਨੀ, ਆਪਾਂ ਨੂੰ ਤਾਂ ਉਹਨਾਂ ਵੱਲ ਵੇਖਣਾ ਵੀ ਨਹੀਂ ਚਾਹੀਦਾ, ਨਾ ਵੇਖਣ ਦੀ ਲੋੜ ਹੀ ਆ। ਉਹਨਾਂ ਦੇ ਤਾਂ ਹਰ ਵੇਲੇ ਇਹ ਕੋਸ਼ਿਸ਼ ਹੁੰਦੀ ਆ ਕਿ ਕਿਵੇਂ ਨਾ ਕਿਵੇਂ ਇਹ ਜਿਹੜੀ ਸੱਚ ਦੀ ਆਵਾਜ਼ ਆ ਇਹਨੂੰ ਬੰਦ ਕੀਤਾ ਜਾਵੇ। ਪਰੰਤੂ ਇਹ ਪਹਿਲੀ ਵਾਰ ਹੋਇਆ ਵਾ ਕਿ NRI ਭੈਣ ਭਰਾ ਨੇ ਜਿਹੜੇ, ਉਹਨਾਂ ਤੱਕ ਅਦਾਰੇ ਦੀ ਹੂਕ ਪਹੁੰਚੀ ਆ। ਅੱਗੇ ਇੱਥੋਂ ਦਾ ਜਿਹੜਾ ਕਿਰਤੀ ਸਿੱਖ ਆ ਉਹ ਅਦਾਰੇ ਨਾਲ ਖੜਾ। ਹੁਣ ਜਿਹੜਾ ਕਿਰਤੀ ਸਿੱਖ ਆ ਉਹ 1100 ਰੁਪਇਆ ਦੇ ਸਕਦਾ ਸਾਲ ਦਾ, 2100 ਦੇ ਸਕਦਾ, ਇਸ ਤੋਂ ਵੱਧ ਦੀ ਉਹਦੀ ਸਮਰੱਥਾ ਨਹੀਂ, ਪਰ ਉਹ ਦਿੰਦਾ। ਜਿੰਨੀਆਂ ਸਰਮਾਏਦਾਰ ਧਿਰਾਂ ਨੇ, ਚਾਹੇ ਉਹ ਕੋਈ ਲੈ ਲਓ, ਕੋਈ ਪੰਥਕ ਧਿਰ ਲੈ ਲਓ, ਕੋਈ ਸ਼੍ਰੋਮਣੀ ਕਮੇਟੀ ਲੈ ਲਓ, ਕੋਈ ਹੋਰ ਲੈ ਲਓ, ਕੋਈ ਵੀ ਉਹ ਜਿਹੀ ਧਿਰ ਆ ਜਿਹੜੀ ਕਦੇ ਵੀ ਅਦਾਰੇ ਦੀ ਮਦਦ ਲਈ ਅੱਗੇ ਨਹੀਂ ਆਈ। ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਨੇ ਵੀ ਕਦੇ ਕੋਈ ਇਸ਼ਤਿਹਾਰ ਨਹੀਂ ਦਿੱਤਾ ਅਦਾਰੇ ਨੂੰ। ਸੋ ਜਦੋਂ ਕੁਦਰਤ ਦਾ ਮੈਂ ਸਮਝਦਾ ਕਿ ਬਹੁਤ ਵੱਡਾ ਕਰਿਸ਼ਮਾ 6 ਤਰੀਕ ਦਰਬਾਰ ਸਾਹਿਬ ਦੇ ਸਾਕੇ ਦਾ ਆਖਰੀ ਦਿਨ, ਅਤੇ ਮੈਨੂੰ ਤਿਆਰੀ ਕੀਤੀ ਹੋਈ ਸੀ ਆਪਰੇਸ਼ਨ ਕਰਵਾਉਣ ਦੀ, ਅਤੇ ਜਿੰਨੇ ਕੁ ਪੈਸੇ ਸੀ ਕੋਲ ਉਹਦੇ ਪ੍ਰਬੰਧ ਨਾਲ। ਅਤੇ ਉੱਧਰੋਂ ਜਿੱਥੇ ਅਖਬਾਰ ਸਾਹਿਬ ਦਾ ਅਮਰ ਉਜਾਲਾ, ਉਹਨਾਂ ਦਾ ਲੈ ਆ ਗਿਆ ਕਿ ਅੱਜ ਅਖਬਾਰ ਨਹੀਂ ਛਾਪਣਾ। ਮੈਂ ਆਪਣੇ ਸਾਥੀਆਂ ਨੂੰ ਕਿਹਾ, ਮੈਂ ਵੀ ਤੁਸੀਂ ਪੈਸੇ ਜਿਵੇਂ ਮਰਜ਼ੀ ਆ ਉਹ ਪਹੁੰਚਾਓ, ਕੋਈ ਨਹੀਂ, ਆਪਰੇਸ਼ਨ 2-4 ਦਿਨ ਬਾਅਦ ਹੋ ਜੂ, ਇੰਨੀ ਛੇਤੀ ਕਿਹੜਾ ਮੈਂ ਮਰਨ ਲੱਗਾ। ਸਾਰਿਆਂ ਨੇ ਕਿਹਾ ਵੀ ਨਹੀਂ, ਅਸੀਂ ਆਪਰੇਸ਼ਨ ਤੋਂ ਬਿਨਾਂ ਨਹੀਂ, ਕੋਈ ਗੱਲ ਨਹੀਂ, ਜਦ ਅਖਬਾਰ ਨਹੀਂ ਛਪੂ ਕੱਲ੍ਹ ਨੂੰ ਸਹੀ। ਮੈਂ ਨਹੀਂ, ਦਰਬਾਰ ਸਾਹਿਬ ਦੇ ਸਾਕੇ ਦਾ ਦਿਨ ਹੈ, ਇਹ ਦਿਨ ਜਿਹੜਾ ਉਹ ਅਦਾਰੇ ਨੇ ਨਾ ਕਦੇ ਮਿਸ ਕੀਤਾ ਨਾ ਕਰਨਾ। ਸੋ ਉਸ ਦਿਨ ਅਖਬਾਰ ਦੇ ਇੱਕ ਦਿਨ ਜਿਹੜਾ ਆਪਰੇਸ਼ਨ ਦਾ ਦਿਨ ਸੀ ਉਹ ਟਾਲਤਾ, ਅਖਬਾਰ ਦੀ ਪੇਮੈਂਟ ਜਮ੍ਹਾਂ ਹੋ ਗਈ, ਅਖਬਾਰ ਛਪ ਗਿਆ ਅਗਲੇ ਦਿਨ। ਅਤੇ ਇਹ ਤਾਂ ਸਮਝੂਗਾ ਕਿ ਕਲਗੀ ਵਾਲੇ ਦਾ ਕ੍ਰਿਸ਼ਮਾ, ਕੁਦਰਤ ਦਾ ਕ੍ਰਿਸ਼ਮਾ। ਅਤੇ ਉਹ ਗੱਲ ਲੋਕਾਂ ਤੱਕ ਗਈ, ਅਤੇ ਜੋ ਸਹਾਇਤਾ ਹੁਣ ਅੱਜ ਤੁਸੀਂ ਲੈ ਕੇ ਆਏ ਹੋ, ਇਸ ਤਰ੍ਹਾਂ ਦੀ ਸਹਾਇਤਾ ਜਿਹੜੀ ਉਹ ਹਰ ਪਾਸਿਓਂ ਆਈ ਆ। ਜਿਵੇਂ ਤੁਸੀਂ ਨਿੱਕੀਆਂ ਬੱਚਿਆਂ ਦੀ ਗੱਲ ਕੀਤੀ ਆ, ਮੈਨੂੰ ਉਹ ਯਾਦ ਆ ਗਿਆ ਸੀਨ ਜਦੋਂ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ 'ਚ ਇੱਕ ਦਸਤਕੀ ਮੁਹਿੰਮ ਚਲਾਈ ਸੀ, ਜਿਹਦੇ ਵਿੱਚ 84 ਲੱਖ ਲੋਕਾਂ ਦੇ ਦਸਤਖਤ ਕਰਵਾਏ ਸੀ। ਅਤੇ ਇੱਕ ਬੰਦਾ ਮੇਰੇ ਕੋਲ ਦਫ਼ਤਰ 'ਚ ਆਇਆ, ਅੱਧਾ ਘੰਟਾ, 1.5 ਘੰਟਾ ਉਹ ਬੈਠਾ ਰਿਹਾ। ਮੈਂ ਉਹਨੂੰ ਕਿੰਨੀ ਵਾਰ ਪੁੱਛਿਆ, ਭਾਈ ਸਾਹਿਬ ਦੱਸੋ ਕੋਈ ਕੰਮ ਆ, ਦੱਸੋ ਕੋਈ ਕੰਮ ਆ। ਉਹ ਕਹਿੰਦਾ ਨਹੀਂ ਜੀ ਕੋਈ ਕੰਮ ਕੋਈ ਨਹੀਂ, ਬਸ ਮੈਂ ਤਾਂ ਵੈਸੇ ਹੀ ਬਸ ਗੱਲ ਉਹ ਪੂਰੀ ਨਹੀਂ ਕਰ ਸਕਿਆ। ਅਤੇ ਅਖੀਰ ਨੂੰ ਜਦੋਂ ਸਾਰੇ ਚਲੇ ਗਏ, ਉਹ ਤੋਂ ਬਾਅਦ ਉਹਨੇ 100 ਰੁਪਈਆ ਕੱਢ ਕੇ ਮੈਨੂੰ ਦਿੱਤਾ। ਕਹਿੰਦਾ ਜੀ ਮੈਂ ਰੇਹੜੀਦਾਰ ਬੰਦਾ ਵਾਂ, ਪਰ ਮੈਂ ਆਪਣਾ ਹਿੱਸਾ ਜ਼ਰੂਰ ਪਾਉਣਾ। ਸੋ ਇਹ ਜਿਹੜਾ ਜਿਹੜਾ ਨਿੱਕੀਆਂ ਬੱਚੀਆਂ ਦੀ ਤੁਸੀਂ ਗੱਲ ਕੀਤੀ ਆ ਕਿ ਉਹਨਾਂ ਨੇ ਆਪਣੀਆਂ ਗੋਲਕਾਂ ਤੋੜੀਆਂ ਨੇ, ਅਤੇ ਫਿਰ ਹੁਣ ਤਾਂ ਮੈਨੂੰ ਲੱਗਦਾ ਕਿ ਸਾਨੂੰ ਉਸ ਪਰਮਾਤਮਾ ਦੀ ਜਿਹੜੀ ਸਰਬ ਸਮਰੱਥਾ
ਉਸ ਨੂੰ ਪ੍ਰਵਾਨ ਕਰਨਾ ਚਾਹੀਦਾ, ਉਹਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਵਾ ਕਿ ਉਹ ਬਹੁਤ ਸਰਬ ਆ, ਬਹੁਤ ਸਮਰੱਥ ਆ। ਬਾਂਹ ਫੜਨ ਵੇਲੇ ਉਹ ਕਦੇ ਵੀ ਪਿੱਛੇ ਨਹੀਂ ਹਟਦਾ, ਪਰੰਤੂ ਸਾਡਾ ਜਿਹੜਾ ਜਜ਼ਬਾ ਵਾ ਇਹ ਡੋਲਣਾ ਨਹੀਂ ਚਾਹੀਦਾ। ਜਜ਼ਬਾ ਹੋਣਾ ਚਾਹੀਦਾ, ਜਜ਼ਬਾ ਡੋਲਣਾ ਨਹੀਂ ਚਾਹੀਦਾ। ਜੇ ਸਾਡਾ ਜਜ਼ਬਾ ਨਹੀਂ ਡੋਲਦਾ ਤਾਂ ਕੌਮ ਵੀ ਸਾਥ ਦੇਊਗੀ, ਗੁਰੂ ਆ ਜਿਹੜਾ ਉਹ ਵੀ ਕਿਰਪਾ ਕਰੂਗਾ। ਅਤੇ ਮੈਂ ਇੱਕ ਜ਼ਰੂਰ ਬੇਨਤੀ ਆ ਜਿਹੜੀ ਉਹ ਪਹਿਲੇ ਦਿਨ ਜਿਹੜਾ ਜਿਸ ਦਿਨ ਮੈਨੂੰ ਉੱਥੋਂ ਹਸਪਤਾਲ ਤੋਂ ਛੁੱਟੀ ਹੋਈ ਆ, ਉਸ ਦਿਨ ਮੈਂ ਉਸ ਤੋਂ ਪਹਿਲਾਂ ਬੜਾ ਔਖਾ ਸੌਖਾ ਜਿਹਾ ਹੋ ਕੇ ਸੰਪਾਦਕੀ ਲਿਖੀ। ਉਹਦੇ 'ਚ ਮੈਂ ਇੱਕ ਗੱਲ ਕੀਤੀ ਹੈ ਜਿਹੜੀ ਮੇਰਾ ਉੱਥੇ ਹਸਪਤਾਲ 'ਚ ਮਨ 'ਚ ਫੁਰਨਾ ਰਿਹਾ ਕਿ ਆਉਣ ਵਾਲੇ ਦੇਖੋ 3 ਵਰ੍ਹੇ ਸਾਡੇ ਕਿ ਕੁਦਰਤ ਦੇ ਵੱਲੋਂ ਆ ਜਿਹੜਾ ਕਿਸਮਤ ਦੇ ਨਾਲ ਕਿਵੇਂ ਜੁੜੇ ਹੋਏ ਨੇ। 21 'ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਸਕਦੀਆਂ, ਮਤਲਬ ਧਾਰਮਿਕ ਆਜ਼ਾਦੀ ਦੀ ਗੱਲ ਹੈ। 22 'ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ, ਸਿਆਸੀ ਆਜ਼ਾਦੀ ਦੀ ਗੱਲ ਹੈ। 23 'ਚ ਸਾਡਾ ਜਿਹੜਾ ਸਿੱਖ ਰਾਜ ਗਿਆ ਸੀ ਉਹਨੂੰ 125 ਵਰ੍ਹੇ ਹੋ ਜਾਣੇ ਆ। ਜਿਹੜੀ ਅਸੀਂ ਮੰਗ ਕੀਤੀ ਆ ਜੰਮੂ ਤੋਂ ਲੈ ਕੇ ਲੇਹ ਲਦਾਖ ਤੱਕ ਸਾਡਾ ਸਿੱਖ ਰਾਜ ਸੀ, ਉਹਦੇ ਅਸੀਂ ਮੰਗ ਕੀਤੀ ਅਤੇ ਅੱਜ ਹਾਲਾਤ ਪੈਦਾ ਹੋ ਗਏ ਨੇ ਚੀਨ ਅਤੇ ਹਿੰਦੁਸਤਾਨ 'ਚ, ਉਹ ਹਾਲਾਤ ਪੈਦਾ ਹੋ ਗਏ ਨੇ। ਸੋ ਸਾਨੂੰ ਗੁਰੂ 'ਤੇ ਸਮਰੱਥਾ ਰੱਖ ਕੇ ਆਉਣ ਵਾਲੇ ਸਮੇਂ ਦੇ ਲਈ ਲੜਾਈ ਆ ਜਿਹੜੀ ਇਹ ਲੜਨ ਲਈ ਤਿਆਰ ਹੋਣਾ ਚਾਹੀਦਾ। ਅਤੇ ਜਿੰਨਾ ਸੰਗਤਾਂ ਨੇ ਪਿਆਰ ਦਿੱਤਾ, ਸਹਿਯੋਗ ਦਿੱਤਾ, ਮੈਂ ਸਮਝਦਾ ਇਹ ਤਾਂ ਗੁਰੂ ਦੀ ਕਿਰਪਾ ਵਾ। ਅਤੇ ਮੈਂ ਸਾਰਿਆਂ ਦਾ ਖਾਸ ਕਰਕੇ PTN ਚੈਨਲ ਨਾਲ ਮੈਂ ਬਹੁਤ ਦੇਰ ਜੁੜਿਆ ਰਿਹਾ, ਉਹਨਾਂ ਦਾ ਜਿਨ੍ਹਾਂ ਨੇ ਐਡਾ ਉਪਰਾਲਾ ਕੀਤਾ, ਬਹੁਤ ਧੰਨਵਾਦੀ ਹਾਂ। ਅਤੇ ਉਮੀਦ ਕਰਦਾ ਕਿ ਅਸੀਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਇਸੇ ਹੀ ਤਰ੍ਹਾਂ ਜਿੱਥੇ ਜਿੱਥੇ ਸਾਨੂੰ ਲੱਗਦਾ ਕਿ ਇਹ ਲੋੜ ਹੈ, ਕੌਮ ਦੀ ਚੜ੍ਹਦੀ ਕਲਾ ਲਈ ਲੋੜ ਆ, ਉੱਥੇ ਸਾਨੂੰ ਜ਼ਰੂਰ ਡਟਣਾ ਚਾਹੀਦਾ। ਤੁਹਾਡਾ ਸਾਰਿਆਂ ਦਾ ਤੁਸੀਂ ਆਏ ਹੋ, ਧੰਨਵਾਦ। ਗੁਰੂ ਕਿਰਪਾ ਕਰੇ। ਖਾਸ ਕਰਕੇ ਉਹਨਾਂ ਬੱਚੀਆਂ ਦੇ ਮੈਂ ਅੱਗੇ ਇੱਕ ਵਾਰ ਫਿਰ ਹੱਥ ਜੋੜਦਾ, ਉਹਨਾਂ ਦੀ ਸ਼ਰਧਾ ਨੂੰ ਹੱਥ ਜੋੜਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਭਾਈ ਜਸਪਾਲ ਸਿੰਘ ਹੇਰਾਂ, ਜਿਨ੍ਹਾਂ ਦੀ ਸਿਹਤ ਅਜੇ ਇੰਨੀ ਇਜਾਜ਼ਤ ਨਹੀਂ ਦਿੰਦੀ ਕਿ ਲੰਬੀ ਚੌੜੀ ਸਾਡੇ ਨਾਲ ਗੱਲ ਕਰਨ, ਪਰ ਤੁਸੀਂ ਇਹਨਾਂ ਦਾ ਜਜ਼ਬਾ, ਇਹਨਾਂ ਦੇ ਅੰਦਰ ਜੋ ਜੋਸ਼ ਆ ਉਹ ਸਮਝ ਸਕਦੇ ਹੋ ਕਿ ਇੱਕ ਇਨਸਾਨ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਪਿਆ। ਆਪਰੇਸ਼ਨ ਬਹੁਤ ਜ਼ਰੂਰੀ ਹੈ, ਪਰ ਕਿਹਾ ਕਿ ਆਪਰੇਸ਼ਨ ਟਾਲ ਦਿਓ। ਮੇਰੀ ਅੱਜ 6 ਜੂਨ ਆ ਔਰ ਮੈਂ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਨੇ ਉੱਥੇ ਸੰਪਾਦਕੀ ਰਾਹੀਂ, ਆਪਣੀ ਕਲਮ ਰਾਹੀਂ। ਅੱਜ ਉਹ ਅਖਬਾਰ ਜਿਹੜੀ ਆ ਕਦੀ ਮਿਸ ਨਹੀਂ ਹੋਣੀ ਚਾਹੀਦੀ। ਆਪਰੇਸ਼ਨ ਡਿਲੇ ਕਰਾ ਲਿਆ, ਜਾਨ ਜੋਖਮ 'ਚ ਪਾ ਲਈ ਕਿ ਉਹ ਜਿਹੜਾ ਸਾਡੇ ਨਾਲ ਜਬਰ ਹੋਇਆ, ਸਾਡੇ ਨਾਲ 1984 ਦੇ ਵਿੱਚ ਜਿਹੜਾ ਸਾਡੇ 'ਤੇ ਹਮਲਾ ਹੋਇਆ ਦਰਬਾਰ ਸਾਹਿਬ ਦੇ ਉੱਤੇ, ਉਹਦੀਆਂ ਜਿਹੜੀ ਉਹ ਵਾਲਾ ਦਿਨ ਮੇਰੀ ਅਖਬਾਰ ਦਾ ਮਿਸ ਨਹੀਂ ਹੋਣਾ ਚਾਹੀਦਾ। ਇਹ ਜਜ਼ਬਾ ਹੈ ਔਰ ਇਸ ਤਰ੍ਹਾਂ ਦੇ ਲੋਕ, ਇਸ ਤਰ੍ਹਾਂ ਦੀ ਕਲਮ ਇਹ ਸਲਾਮਤ ਰੱਖਣੀ ਸਾਡੇ ਲਈ ਸਾਂਭਣੀ ਬੜੀ ਜ਼ਰੂਰਤ ਆ। ਇਹਨਾਂ ਲੋਕਾਂ ਦੀ ਕਲਮ ਦੇ ਵਿੱਚ, ਕੁਛ ਲੋਕਾਂ ਦੀ ਗੱਲ ਕਰਨ ਦੇ ਅੰਦਾਜ਼ ਦੇ ਵਿੱਚ ਇਹ ਅਸਰ ਹੁੰਦਾ ਹੈ ਕਿ ਉਹ ਝੰਜੋੜ ਕੇ ਰੱਖ ਦਿੰਦੇ ਨੇ ਅਗਲੇ ਪਾਸੇ ਸੰਗਤ ਨੂੰ, ਆਪਣੀ ਕੌਮ ਨੂੰ। ਅਤੇ ਇਸ ਵਕਤ ਝੰਜੋੜਨ ਦੀ ਲੋੜ ਹੈ। ਪਤਾ ਨਹੀਂ ਏਜੰਸੀਆਂ ਨੇ, ਵੱਡੇ ਵੱਡੇ ਸਾਡੇ ਲੀਡਰ, ਸਾਡੇ ਪੰਥਕ ਆਗੂ ਸਾਰੇ ਆਪਣੀਆਂ ਜੇਬਾਂ 'ਚ ਪਾ ਲਏ ਨੇ, ਪਰ ਜਿਹੜੇ ਲੋਕ ਅੱਜ ਵੀ ਝੰਜੋੜਨ ਦਾ ਯਤਨ ਕਰ ਰਹੇ ਨੇ, ਜਸਪਾਲ ਸਿੰਘ ਹੇਰਾਂ ਜੀ ਵਰਗੇ, PTN 24 ਚੈਨਲ ਦੇ ਰਾਹੀਂ ਅਸੀਂ ਵੀ ਇਸੇ ਤਰ੍ਹਾਂ ਦਾ ਉਪਰਾਲਾ ਕਰ ਰਹੇ ਹਾਂ। ਤੁਹਾਡੇ ਸਾਥ ਦੀ ਬਹੁਤ ਲੋੜ ਹੈ, ਕਿਉਂਕਿ ਪੈਸੇ ਜਿਨ੍ਹਾਂ ਨੇ ਦਿੱਤੇ ਨੇ ਉਹਨਾਂ ਦਾ ਵੀ ਧੰਨਵਾਦ ਹੈ, ਪਰ ਤੁਸੀਂ ਇੱਕ ਫ਼ੋਨ ਕਾਲ ਕਰ ਦਿਓ, ਸਾਡੀ ਇਸ ਵੀਡੀਓ ਦੇ ਥੱਲੇ ਇਹਨਾਂ ਦੀ ਸਿਹਤ ਯਾਬੀ ਲਈ ਇੱਕ ਕਮੈਂਟ ਵੀ ਕਰ ਦਿਓ ਨਾ, ਅਤੇ ਉਹਦੇ ਨਾਲ ਵੀ ਸਰਦਾਰ ਜਸਪਾਲ ਸਿੰਘ ਹੇਰਾਂ ਜੀ ਨੂੰ ਰੋਜ਼ਾਨਾ ਪਹਿਰੇਦਾਰ ਅਖਬਾਰ ਨੂੰ ਇੱਕ ਬਹੁਤ ਵੱਡੀ ਮੋਰਲ ਸਪੋਰਟ ਜਿਹੜੀ ਆ ਉਹ ਮਿਲਦੀ ਹੈ। ਇਸ ਅਖਬਾਰ ਨੂੰ ਜਿੰਦਾ ਰੱਖਣਾ, ਇਹਨੂੰ ਚੱਲਦਿਆਂ ਰੱਖਣਾ, ਅਸੀਂ ਸਾਰਿਆਂ ਰਲ ਮਿਲ ਕੇ ਕੋਸ਼ਿਸ਼ ਕਰਨੀ ਹੈ ਇਹਦੀ ਪਬਲੀਕੇਸ਼ਨ 'ਚ ਵੀ ਵਾਧਾ ਹੋਵੇ। ਜਿੱਥੇ ਜਿੱਥੇ ਵੀ ਸਾਡੇ ਭੈਣ ਭਰਾ ਕੋਈ ਪੰਥਕ ਸੋਚ ਰੱਖਦੇ ਨੇ, ਆਪਣੀ ਕੌਮ ਦੇ ਪ੍ਰਤੀ ਸੁਹਿਰਦ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਇਹ ਅਖਬਾਰ ਜ਼ਰੂਰ ਪੜ੍ਹਨ, ਉਹਨੂੰ ਲਾਉਣ, ਆਪਣੇ ਕੋਲ ਪੜ੍ਹਨ। ਔਰ ਕਿਤੇ ਨਾ ਕਿਤੇ ਇਸ਼ਤਿਹਾਰ ਵੀ ਜਿਹੜੇ ਆ ਜਦੋਂ ਤੁਸੀਂ ਦੇਣਾ ਚਾਹੁੰਦੇ ਹੋ, ਆਪਣੇ ਕਿਸੇ ਪ੍ਰੋਡਕਟ ਦੀ ਗੱਲ ਆ ਜਾਂ ਕਿਸੇ ਦਿਨ ਦਿਹਾੜ ਦੇ ਉੱਤੇ ਕੋਈ ਇਸ਼ਤਿਹਾਰ ਦੇਣਾ ਚਾਹੁੰਦੇ ਹੋ, ਅਤੇ ਉਹ ਜ਼ਰੂਰ ਤੁਸੀਂ ਇਸ ਅਖਬਾਰ ਨੂੰ ਦੇਣੇ ਆ। ਬਹੁਤ ਸ਼ੁਕਰਗੁਜ਼ਾਰ ਹੇਰਾਂ ਸਾਹਿਬ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ PTN 24 ਚੈਨਲ ਵੱਲੋਂ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ, ਕਿ ਤੁਸੀਂ ਜਲਦੀ ਸਿਹਤਯਾਬ ਹੋਵੋ। ਔਰ ਮੈਂ ਹੈਰਾਨ ਵੀ ਹੋਇਆ ਕਿ ਤੁਸੀਂ ਉੱਥੋਂ ਰਿਲੀਜ਼ ਹੋ ਕੇ ਹਸਪੀਟਲ 'ਚੋਂ ਆ ਕੇ ਫਿਰ ਸੰਪਾਦਕੀ ਲਿਖੀ ਹੈ। ਮਤਲਬ ਇਹ ਤੁਹਾਡੇ ਜਜ਼ਬੇ ਨੂੰ ਸਲਿਊਟ ਆ ਕਿ ਇੰਨਾ ਜ਼ਿਆਦਾ ਡੈਡੀਕੇਸ਼ਨ ਨਾਲ ਇਹ ਅਖਬਾਰ ਲਈ ਕੰਮ ਕਰ ਰਹੇ ਨੇ, ਆਪਣੀ ਕੌਮ ਲਈ ਕੰਮ ਕਰ ਰਹੇ ਨੇ ਕਿ ਜਿਹੜੀ ਆ ਹੱਕ ਸੱਚ ਦੀ ਗੱਲ ਮੇਰੇ ਲੋਕਾਂ ਤੱਕ ਪਹੁੰਚਦੀ ਰਹੇ। ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਔਰ ਸੰਗਤ ਦਾ ਸਾਨੂੰ ਸਾਥ ਇਸੇ ਤਰ੍ਹਾਂ ਮਿਲਦਾ ਰਹੇ। ਅਸੀਂ ਇਹਨਾਂ ਦੀ ਪਿੱਠ 'ਤੇ ਖੜ੍ਹਨਾ, ਅਸੀਂ ਇਹਨਾਂ ਦਾ ਸਹਾਰਾ ਬਣਨਾ, ਛੱਤ ਵੀ ਬਣਾਉਣੀ ਆ, ਘਰ ਵੀ ਬਣਾਉਣਾ। ਕੱਲ੍ਹ ਨੂੰ ਇਹ ਅਲਾਮਾ ਨਾ ਹੋਵੇ ਕਿ ਹੱਕ ਸੱਚ 'ਤੇ ਲੜਨ ਵਾਲੇ ਜਿਸ ਤਰ੍ਹਾਂ ਅੱਜ ਵੀ ਕਹਿ ਦਿੰਦੇ ਨੇ, ਜਦੋਂ ਖਾੜਕੂਆਂ ਦੇ ਉਜੜੇ ਘਰਾਂ ਨੂੰ ਅਸੀਂ ਵਿਖਾਉਂਦੇ ਹਾਂ PTN 24 'ਤੇ, ਫਿਰ ਕੁਛ ਲੋਕ ਕਹਿ ਦਿੰਦੇ ਆ ਫਿਰ ਇਹਨਾਂ ਦੇ ਤਾਂ ਮਗਰ ਹੀ ਕੋਈ ਨਹੀਂ ਆਉਂਦਾ।
ਇਹ ਸਾਡੀ ਸਾਰੀ ਕੌਮ ਲਈ ਅਲਾਮਾ। ਪਰ ਸ਼ੁਕਰਗੁਜ਼ਾਰ ਹਾਂ ਸਾਰੇ NRI ਭੈਣ ਭਰਾਵਾਂ ਦੇ ਜਿਹੜੇ PTN 24 ਤੇ ਵੇਖ ਕੇ ਉਹਨਾਂ ਸ਼ਹੀਦ ਪਰਿਵਾਰਾਂ ਦੀਆਂ ਹਾਲਾਤ ਤੇ ਉਹਨਾਂ ਦੀ ਮਦਦ ਲਈ ਅੱਗੇ ਆਏ ਨੇ। ਇਸੇ ਤਰ੍ਹਾਂ ਅਸੀਂ ਸਰਦਾਰ ਜਸਪਾਲ ਸਿੰਘ ਹੇਰਾਂ ਜੀ ਦੀ ਵੀ ਮਦਦ ਲਈ ਇਸੇ ਤਰ੍ਹਾਂ ਹੀ ਅਸੀਂ ਸਾਰਿਆਂ ਨੇ ਸਾਥ ਦੇਣਾ ਜੀ। ਬਹੁਤ ਸ਼ੁਕਰਗੁਜ਼ਾਰ, ਬਹੁਤ ਧੰਨਵਾਦ ਜੀ। ਫਿਰ ਵੀ ਕੋਈ ਗੱਲਬਾਤ ਕਰਦੇ ਹਾਂ, ਕੋਈ ਗਲਤੀ ਗੁਸਤਾਖੀ ਹੋ ਗਈ ਹੋਵੇ ਤਾਂ ਉਹਦੇ ਲਈ ਮਾਜ਼ਰਤ ਚਾਹੁੰਦੇ ਹਾਂ ਜੀ। ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਜਿਹੜੀਆਂ ਸੰਗਤਾਂ ਨੇ ਸੇਵਾ ਜਿਹੜੀ ਆ ਭੇਜੀ ਹੈ ਤੇ ਉਹ ਅੱਜ ਅਸੀਂ ਸਰਦਾਰ ਜਸਪਾਲ ਸਿੰਘ ਹੇਰਾਂ ਜੀ ਦੇ ਸਪੁਰਦ 1.5 ਲੱਖ ਰੁਪਇਆ ਅਸੀਂ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਤਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਜਲਦੀ ਸਿਹਤਯਾਬ ਹੋਣ। ਦਵਾਈ ਦਾਰੂ ਅਜੇ ਲੰਬੀ ਚੱਲਣੀ ਆ, ਇਲਾਜ ਅਜੇ ਚੱਲਣਾ ਤੇ ਬਾਕੀ ਅਖਬਾਰ ਦੀ ਸਪੋਰਟ ਲਈ ਵੀ ਬਹੁਤ ਲੋੜ ਹੁੰਦੀ ਆ, ਵੱਡੇ ਖਰਚੇ ਹੁੰਦੇ ਨੇ ਤੇ ਜਿੰਨਾ ਵੀ ਗੁਰਮੁਖਾਂ ਪਿਆਰਿਆਂ ਨੇ ਉਹ ਛੋਟੀਆਂ ਬੱਚੀਆਂ ਨੇ ਔਰ ਸਪੈਸ਼ਲੀ ਮੈਂ ਸਾਡੇ ਭਾਈ ਮਨਜੀਤ ਸਿੰਘ ਜੀ ਭਿੰਡਰ ਸਾਹਿਬ ਬੜੀ ਹਿੰਮਤ ਕਰਦੇ ਨੇ। PTN 24 ਚੈਨਲ ਤੇ ਵੀ ਜਿਹੜੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਆ, ਉਮੀਦ ਕਰਦੇ ਹਾਂ ਕਿ ਉਹ ਵੀ ਸੇਵਾ ਜਿਹੜੀ ਆ ਬਹੁਤ ਜਲਦ ਸਰਦਾਰ ਜਸਪਾਲ ਸਿੰਘ ਹੇਰਾਂ ਤੱਕ ਪਹੁੰਚ ਜਾਵੇਗੀ। ਇਹ ਸਿਲਸਿਲਾ ਅਸੀਂ ਬਾਦਸਤੂਰ ਲਗਾਤਾਰ ਜਾਰੀ ਰੱਖਾਂਗੇ। ਜਿਹੜੀਆਂ ਵੀ ਸੰਗਤਾਂ ਹੋਰ ਸਰਦਾਰ ਜਸਪਾਲ ਸਿੰਘ ਹੇਰਾਂ ਜੀ ਦੀ ਇਸ ਮੁਸੀਬਤ ਦੀ ਘੜੀ ਦੇ ਵਿੱਚ, ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੇਵਾ ਕਰਨਾ ਚਾਹੁੰਦੇ ਨੇ, ਉਹ ਸਾਨੂੰ PTN 24 ਤੇ ਜਾਂ ਸਕਰੀਨ ਤੇ ਦਿੱਤੇ ਹੋਏ ਸਾਡੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਅਕਾਊਂਟ ਰਾਹੀਂ ਜਾਂ ਡਾਇਰੈਕਟ ਵੀ ਤੁਸੀਂ ਹੇਰਾਂ ਸਾਹਿਬ ਦੇ ਫ਼ੋਨ ਨੰਬਰ ਦੇ ਉੱਤੇ ਕੰਟੈਕਟ ਕਰਕੇ, ਜਿਹੜਾ ਕਿ ਚੈੱਕ ਦੇ ਉੱਤੇ ਤੁਹਾਨੂੰ ਨਜ਼ਰ ਆ ਰਿਹਾ ਜੀ 94 170 37 277 ਨੰਬਰ, ਇਸ ਨੰਬਰ ਤੇ ਤੁਸੀਂ ਡਾਇਰੈਕਟ ਕਾਲ ਕਰਕੇ ਵੀ ਇਸ ਸੇਵਾ ਦੇ ਵਿੱਚ ਯੋਗਦਾਨ ਪਾ ਸਕਦੇ ਹੋ। ਬਹੁਤ ਸ਼ੁਕਰਗੁਜ਼ਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।